ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਿੱਤਰ ਨਾਟਕ ਦੇ ਸੰਬੰਧ ਵਿੱਚ ਜੋ ਵਿਚਾਰ ਲੜੀ ਚੱਲ ਰਹੀ ਹੈ, ਅੱਜ ਦਾ ਜਿਹੜਾ ਪ੍ਰਸੰਗ ਹੈ ਉਹ ਇੱਕ ਕਹਾਣੀ ਜੋ ਸਾਨੂੰ ਸਟੇਜਾਂ ਉੱਤੋਂ ਸੁਣਾਈ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਆ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਬ੍ਰਾਹਮਣ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਆਪਣਾ ਪੂਜਾ ਦਾ ਧਾਨ ਲੈਣ ਆਇਆ ਸੀ ਤੇ ਜਦੋਂ ਗੁਰੂ ਸਾਹਿਬ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਤਾਂ ਉਹ ਗੁੱਸੇ ਹੋ ਗਿਆ। ਇਹ ਕਹਾਣੀ ਜਿਸ ਤਰੀਕੇ ਨਾਲ ਸਾਨੂੰ ਸੁਣਾਈ ਜਾਂਦੀ ਹੈ ਉਹ ਪੂਰੀ ਨਹੀਂ ਹੁੰਦੀ। ਸਾਡੇ ਪ੍ਰਚਾਰਕਾਂ ਦਾ, ਸਾਡੇ ਧਰਮ ਦੇ ਵਿਦਵਾਨਾਂ ਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਉਹ ਪੂਰਨ ਸੱਚ ਸੰਗਤਾਂ ਸਾਹਮਣੇ ਨਹੀਂ ਰੱਖਦੇ, ਜਿਸ ਕਾਰਨ ਅਸੀਂ ਸਦੀਆਂ ਤੋਂ ਭੁਲੇਖੇ ਵਿੱਚ ਸਮਾਂ ਲੰਘਾ ਰਹੇ ਹਾਂ ਔਰ ਉਹ ਭੁਲੇਖੇ ਵਾਲੀਆਂ ਗਲਤ ਰਵਾਇਤਾਂ ਦੀਆਂ ਲੀਹਾਂ ਇੰਨੀਆਂ ਪੱਕੀਆਂ ਹੋ ਗਈਆਂ ਕਿ ਅੱਜ ਸਿੱਖ ਸੰਗਤਾਂ ਨੂੰ ਜਦੋਂ ਸੱਚ ਤੋਂ ਜਾਣੂ ਕਰਵਾਈਦਾ ਤੇ ਉਹਨਾਂ ਨੂੰ ਸਾਡਾ ਕਿਹਾ ਹੋਇਆ ਸੱਚ ਝੂਠ ਲੱਗਦਾ, ਕਿਉਂਕਿ ਉਹਨਾਂ ਨੇ ਉਹ ਝੂਠ ਪਹਿਲਾਂ ਜਿਹੜਾ ਉਹ ਸੁਣਦੇ ਆ ਉਹ ਕਈ ਵਾਰ ਸੁਣ ਚੁੱਕੇ ਆ ਔਰ ਉਹਨਾਂ ਨੂੰ ਮੂੰਹ ਜ਼ੁਬਾਨੀ ਯਾਦ ਹੈ। ਉਹਨਾਂ ਨੂੰ ਲੱਗਦਾ ਇੰਜ ਜੋ ਉਹਨਾਂ ਨੇ ਸੁਣਿਆ ਉਹੀ ਸੱਚ ਹੈ। ਆਓ ਅਸੀਂ ਜਿਹੜਾ ਡਾਕਟਰ ਰਤਨ ਸਿੰਘ ਜੀ ਜੱਗੀ ਨੇ ਜੋ ਅਰਥ ਕੀਤੇ ਨੇ ਵਿਚਿੱਤਰ ਨਾਟਕ ਦੇ, ਜਿਹਨੂੰ 10 ਗ੍ਰੰਥ ਕਹਿੰਦੇ ਆ, ਅਸੀਂ ਉਸ ਨੂੰ ਅੱਜ ਪੂਰੀ ਤਰ੍ਹਾਂ ਅਸੀਂ ਉਸ ਨੂੰ ਸਮਝਦੇ ਹਾਂ ਕਿ ਇਸ ਦਾ ਮਤਲਬ ਕੀ ਹੈ। ਇੱਕ ਗੱਲ ਮੈਂ ਦੱਸ ਦੇਵਾਂ, ਸਭ ਤੋਂ ਵੱਡੀ ਸ਼ਰਾਰਤ ਜੋ ਇਸ ਗ੍ਰੰਥ ਨੂੰ ਲਿਖਣ ਵਾਲਿਆਂ ਨੇ ਕੀਤੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਟਾਈਮ ਇਹ ਗ੍ਰੰਥ ਨਹੀਂ ਸੀ। ਸਾਨੂੰ ਸਾਰਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਉਦੋਂ ਤੱਕ ਇਸ ਗ੍ਰੰਥ ਦੀ ਕੋਈ ਹੋਂਦ ਨਹੀਂ ਸੀ। ਇਹ ਗ੍ਰੰਥ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਕਈ ਸਾਲਾਂ ਬਾਅਦ ਲਿਖਿਆ ਗਿਆ ਹੈ ਤੇ ਗ੍ਰੰਥ ਦੇ ਜੋ ਲਿਖਾਰੀ ਹੈ ਉਹ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ, ਰਾਮ ਜਾਂ ਸ਼ਾਮ ਉਹਨਾਂ ਦਾ ਤਖੱਲਸ ਹੈ, ਉਹਨਾਂ ਦਾ ਨਾਮ ਹੈ। ਪਰ ਸ਼ਰਾਰਤ ਇਹ ਕੀਤੀ ਹੈ ਕਿ ਸਭ ਤੋਂ ਉੱਤੇ ਏਕ ਓਂਕਾਰ ਸਤਿਗੁਰ ਪ੍ਰਸਾਦ ਜਾਂ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10 ਇਹ ਲਿਖ ਕੇ ਇਹ ਗੁਰੂ ਗੋਬਿੰਦ ਸਿੰਘ ਦੇ ਸਿਰ ਪਾਇਆ ਗਿਆ ਹੈ ਔਰ ਸਿੱਖ ਸੰਗਤਾਂ ਨੂੰ ਇਹੀ ਦੱਸਿਆ ਜਾਂਦਾ, ਇਹੀ ਸਮਝਾਇਆ ਜਾਂਦਾ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਮੁੱਖ ਵਾਕ ਰਚਨਾ ਹੈ। ਹਰ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਜੀ ਜਾਨ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ। ਜਦੋਂ ਉਸ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਤਾਂ ਉਹ ਸਿਰ ਧੜ ਦੀ ਬਾਜ਼ੀ ਲਾਉਣ ਨੂੰ ਤਿਆਰ ਹੋ ਜਾਂਦਾ ਹੈ, ਉਹ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ, ਕਿਉਂਕਿ ਇਤਨਾ ਸਤਿਕਾਰ ਹਰ ਸਿੱਖ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਈ ਹੈ ਔਰ ਹੋਣਾ ਵੀ ਚਾਹੀਦਾ ਹੈ। ਪਰ ਗਲਤੀ ਕਿੱਥੇ ਆ? ਗਲਤੀ ਇਹ ਹੈ ਕਿ ਆਮ ਸੰਗਤਾਂ ਕੋਲ ਗ੍ਰੰਥ ਨੂੰ ਪੜ੍ਹਨ ਦਾ ਸਮਾਂ ਨਹੀਂ। ਜਿਹੜੇ ਸਾਡੇ ਵਿਦਵਾਨ ਨੇ, ਕਥਾਵਾਚਕ ਨੇ, ਉਹ ਲਾਲਚ ਵਸ, ਡਰ ਵਸ ਜਾਂ ਅਗਿਆਨਤਾ ਵਸ, ਅਗਿਆਨਤਾ ਤੋਂ ਮੈਂ ਨਹੀਂ ਕਹਾਂਗਾ ਕਿ ਜਿਹੜਾ ਬੰਦਾ ਧਰਮ ਦੇ ਖੇਤਰ ਵਿੱਚ ਪੈ ਗਿਆ, ਜਿਹੜਾ ਅਧਿਐਨ ਕਰਦਾ ਉਸ ਨੂੰ ਸੱਚ ਪ੍ਰਗਟ ਸਭ ਕੁਝ ਸਾਹਮਣੇ ਦਿਖਾਈ ਦਿੰਦਾ ਹੈ। ਫਿਰ ਦੋ ਚੀਜ਼ਾਂ ਰਹਿ ਗਈਆਂ, ਡਰ ਜਾਂ ਲਾਲਚ। ਡਰ ਵੀ ਜਿਹੜੇ ਲੋਕੀ ਇਸ ਨੂੰ ਦਸ਼ਮੇਸ਼ ਪਿਤਾ ਦੀ ਬਾਣੀ ਮੰਨਦੇ ਹਨ ਉਹਨਾਂ ਦਾ ਵਿਰੋਧ ਚੱਲਣਾ ਪਏਗਾ। ਲਾਲਚ ਇਹ ਵੀ ਕਿਸੇ ਦੇ ਬੱਚੇ ਇਸ ਪ੍ਰਚਾਰ ਨਾਲ ਪਲਦੇ ਨੇ। ਔਰ ਤੀਜੀ ਗੱਲ ਇਹ ਹੈ ਕਿ ਜੋ ਸਮਾਜ ਦੇ ਵਿੱਚ, ਧਰਮ ਦੇ ਵਿੱਚ ਜਿਸ ਵਿਅਕਤੀ ਦੀ ਜੋ ਸਥਾਨ ਬਣ ਜਾਂਦਾ, ਹੈਸੀਅਤ ਬਣ ਜਾਂਦੀ ਹੈ, ਜੋ ਪਲੇਸ ਬਣ ਜਾਂਦਾ ਹੈ, ਹਰ ਬੰਦਾ ਉਸ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਉਹ ਸੱਚ ਬੋਲੇ ਤਾਂ ਕਿਤੇ ਇੱਦਾਂ ਨਾ ਹੋਵੇ ਲੋਕੀ ਉਸ ਨੂੰ ਨਕਾਰ ਦੇਣ, ਲੋਕੀ ਉਸ ਨੂੰ ਸੁਣਨਾ ਬੰਦ ਕਰ ਦੇਣ ਜਾਂ ਲੋਕੀ ਉਸ ਨਾਲ ਨਫ਼ਰਤ ਕਰਨ। ਜਦ ਕਿ ਇਹ ਗੁਰੂ ਨਾਨਕ ਦਾ ਮਾਰਗ ਨਹੀਂ ਹੈ। ਗੁਰੂ ਨਾਨਕ ਦਾ ਮਾਰਗ ਹੈ ਸੱਚੋ ਸੱਚ ਬਿਆਨ ਕਰਨਾ। ਜੋ ਕੁਝ ਸੱਚ ਹੈ ਉਹ ਸੰਗਤਾਂ ਦੇ ਸਾਹਮਣੇ ਦੱਸ ਦੇਣਾ।
ਅੱਗੋਂ ਸੰਗਤਾਂ ਦੀ ਮਰਜ਼ੀ ਹੈ ਕੀ ਮੰਨਣਾ ਕੀ ਨਹੀਂ ਮੰਨਣਾ। ਆਓ ਅਸੀਂ ਆਪਣੇ ਵਿਸ਼ੇ ਵੱਲ, ਸਬਜੈਕਟ ਵੱਲ ਆਉਂਦੇ ਹਾਂ। ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸਵਈਆ ਪਾਤਸ਼ਾਹੀ 10 ਇਹ ਉੱਤੇ ਹੈਡਿੰਗ ਲਿਖਿਆ ਹੋਇਆ, ਕਿਉਂਕਿ ਕਿਸੇ ਵੀ ਚੀਜ਼ ਦੇ ਉੱਤੇ ਹੈਡਿੰਗ ਲਿਖਣਾ ਕਿਹੜਾ ਕੋਈ ਇਨਸਰਸ਼ਨ ਹੈ, ਉੱਤੇ ਲਿਖਣਾ ਜਗ੍ਹਾ ਹੈ, ਖਾਲੀ ਲਿਖ ਦਿਓ, ਨਵਾਂ ਗ੍ਰੰਥ ਲਿਖਣਾ ਲਿਖ ਦਿਓ। ਔਰ ਇਹਦੇ ਨਾਲ ਮੋਹਰ ਲੱਗ ਗਈ ਕਿ ਦਸਵੇਂ ਪਾਤਸ਼ਾਹ ਦਾ। ਹੁਣ ਇੱਥੇ ਕੋਈ ਨਵਾਂ ਛਾਪਣ ਵਾਲਾ ਲਿਖਦੇ ਪਾਤਸ਼ਾਹ 9ਵੀਂ, ਪਾਤਸ਼ਾਹ 6ਵੀਂ, ਫਿਰ ਪਾਤਸ਼ਾਹ 6ਵੀਂ ਦਾ ਹੋ ਗਿਆ। ਕਿਉਂਕਿ ਗੱਲ ਇਹ ਹੈ ਵੀ ਜੇ ਗੁਰੂ ਸਾਹਿਬ ਆਪਣੇ ਟਾਈਮ ਲਿਖ ਕੇ ਹੀ ਨਹੀਂ ਗਏ, ਸਾਨੂੰ ਕੀ ਅਧਿਕਾਰ ਹੈ ਕਿ ਉਹਨਾਂ ਦੇ ਨਾਂ 'ਤੇ ਕੋਈ ਗ੍ਰੰਥ ਲਿਖ ਦਈਏ, ਉੱਤੇ ਪਾਤਸ਼ਾਹ ਹੀ ਲਿਖ ਦਈਏ, ਸਾਡੀ ਮਰਜ਼ੀ। ਖੈਰ, ਇਹ ਵੱਡੀ ਖੋਜ ਦਾ ਵਿਸ਼ਾ ਹੈ। ਜਦੋਂ ਖੋਜ ਕਰਨਗੇ ਸੰਗਤਾਂ ਇਸ ਪਾਸੇ ਆਉਣਗੀਆਂ ਉਦੋਂ ਦੇਖਾਂਗੇ। ਹੁਣ ਅਸਾਂ ਇਸ ਨੂੰ, ਇਸ ਦੇ ਅਰਥ ਕਰਨੇ ਆ, ਉਹ ਦੇਖਣੇ ਆ ਵੀ ਜੇਕਰ ਅਸੀਂ ਮੰਨਦੇ ਹਾਂ ਕਿ ਇਹ ਦਸ਼ਮੇਸ਼ ਪਿਤਾ ਨੇ ਲਿਖਿਆ ਹੋਇਆ ਹੈ ਤਾਂ ਸਾਰੀ ਲਿਖਤ ਉਹਨਾਂ ਦੇ ਸਿਰ ਪੈਣੀ ਹੈ। ਫਿਰ ਅੱਖਰ ਅੱਖਰ ਇਸ ਗੁਰਬਾਣੀ ਦਾ, ਗੁਰਬਾਣੀ ਗੁਰੂ ਸਾਹਿਬ ਨੇ ਲਿਖਿਆ ਤੇ ਗੁਰਬਾਣੀ ਹੈ, ਅੱਖਰ ਅੱਖਰ ਸਾਡੇ 'ਤੇ ਉਹ ਵਾਅਦੇ ਹੋਣਾ, ਲਾਗੂ ਹੋਣਾ ਅਸੀਂ ਦੇਖਣਾ। ਆਓ ਪੜ੍ਹਦੇ ਹਾਂ। ਅਸੀਂ ਇਸ ਵੇਲੇ ਅਰਥ ਹੀ ਪੜ੍ਹ ਰਹੇ ਹਾਂ, ਕਿਉਂਕਿ ਜੋ ਪੂਰਾ ਪੜ੍ਹਾਂਗੇ ਤਾਂ ਫਿਰ ਸਾਨੂੰ ਬਹੁਤ ਸਮਾਂ ਲੱਗੇਗਾ। ਆਓ ਪੜ੍ਹਦੇ ਹਾਂ। ਜੋ ਕੁਝ ਵਿਧਾਤਾ ਨੇ ਲਿਖ ਦਿੱਤਾ ਹੈ ਉਹੀ ਪਾਈਦਾ ਹੈ। ਹੇ ਮਿਸਰ ਜੀ, ਸ਼ੋਕ ਨੂੰ ਦੂਰ ਕਰ ਦਿਓ। ਇਸ ਗੱਲ ਵਿੱਚ ਮੇਰਾ ਕੋਈ ਅਪਰਾਧ ਨਹੀਂ ਹੈ, ਮੈਨੂੰ ਯਾਦ ਤੋਂ ਭੁੱਲ ਗਿਆ। ਮਤਲਬ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਮਿਸਰ ਮਤਲਬ ਪੰਡਤ ਜੀ ਆਏ ਸਨ, ਦਾਨ ਦਕਸ਼ਣਾ ਲੈਣ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਵੱਲ ਧਿਆਨ ਨਹੀਂ ਕੀਤਾ ਤਾਂ ਉਹ ਬ੍ਰਾਹਮਣ, ਉਹ ਮਿਸਰ, ਉਹ ਪੰਡਤ ਗੁੱਸੇ ਹੋ ਗਿਆ, ਬਹੁਤ ਗੁੱਸੇ ਹੋਇਆ। ਜਦੋਂ ਉਹ ਗੁੱਸੇ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਜੀ, ਅਗਰ ਉਹਨਾਂ ਨੇ ਲਿਖਿਆ ਹੈ ਤਾਂ ਉਹ ਪੰਡਤ ਨੂੰ ਕਹਿ ਰਹੇ ਹੋ ਜਿਹੜਾ ਤੁਹਾਡੀ ਕਿਸਮਤ ਵਿੱਚ ਹੋਏਗਾ ਉਹ ਤੁਹਾਨੂੰ ਮਿਲ ਜਾਣਾ, ਐਵੇਂ ਗੁੱਸਾ ਨਹੀਂ ਕਰੀਦਾ, ਜ਼ਿਆਦਾ ਗੁੱਸਾ ਨਹੀਂ ਕਰੀਦਾ, ਆਪਣੇ ਕਿਸਮਤ ਦਾ ਤੈਨੂੰ ਜੋ ਦਾਨ ਦਖਣਾ ਉਹ ਮਿਲ ਜਾਣੀ ਹੈ। ਇਸ ਗੱਲ ਵਿੱਚ ਮੇਰਾ ਕੋਈ ਅਪਰਾਧ ਨਹੀਂ ਹੈ। ਮੈਂ ਭੁੱਲ ਗਿਆ ਸੀ। ਮੈਨੂੰ ਯਾਦ ਆਉਂਦਾ ਹੈ ਕਈ ਵਾਰੀ ਏਅਰਫੋਰਸ ਦੀ ਸਰਵਿਸ ਕਰਦਿਆਂ ਹੋਇਆਂ ਕੀ ਦੇਖਦੇ ਜੂਨੀਅਰ ਨੇ ਆਪਣੇ ਸੀਨੀਅਰ ਅਫਸਰ ਨੂੰ ਸਲੂਟ ਮਾਰਨਾ ਹੁੰਦਾ ਹੈ, ਅਫਸਰ ਨੂੰ ਸਲੂਟ ਦੇਣਾ ਹੁੰਦਾ, ਇੱਕ ਰਿਸਪੈਕਟ ਹੈ, ਇੱਜ਼ਤ ਹੈ, ਇਹ ਇੱਕ ਕਾਨੂੰਨ ਹੈ ਏਅਰਫੋਰਸ ਦਾ। ਅਤੇ ਕਈ ਵਾਰੀ ਉਹ ਬੱਚੇ ਅਣਗਹਿਲੀ ਕਰ ਜਾਂਦੇ, ਉਹ ਨਾ ਜਾਣ ਬੁੱਝ ਕੇ ਉੱਧਰ ਨੂੰ ਦੇਖਣਾ ਨਹੀਂ, ਹੋਰ ਪਾਸੇ ਦੇਖੀ ਜਾਣਾ। ਅਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਜੇ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਟ ਲਵੇ ਤਾਂ ਬਿੱਲੀ ਨੂੰ ਤਾਂ ਕਬੂਤਰ ਦੀਦਾ, ਉਹ ਜਿੰਨੀ ਵਾਰ ਮਰਜ਼ੀ ਫੜਨਾ ਤੇ ਬਿੱਲੀ ਨੇ ਹੈ। ਅਤੇ ਉਹ ਅਫਸਰ ਉਸ ਨੂੰ ਫੜ ਲੈਂਦਾ ਸੀ ਔਰ ਕਹਿੰਦਾ ਸੀ ਕਿ ਇੱਧਰ ਆਓ, ਹੁਣ ਤੁਹਾਡੇ 'ਤੇ ਕਾਨੂੰਨੀ ਕਾਰਵਾਈ ਹੋਣੀ ਹੈ ਕਿਉਂਕਿ ਤੁਸੀਂ ਮੈਨੂੰ ਸਲੂਟ ਨਹੀਂ ਮਾਰਿਆ। ਫਿਰ ਉਹ ਬੰਦਾ ਕਿਉਂ ਕਹਿੰਦਾ ਸੀ ਕਿ ਨਹੀਂ ਜੀ ਮੈਂ ਤੁਹਾਨੂੰ ਦੇਖਿਆ ਹੀ ਨਹੀਂ, ਗਲਤੀ ਹੋ ਗਈ, ਮੈਂ ਜੇ ਦੇਖਦਾ ਸਲੂਟ ਕਿਉਂ ਨਹੀਂ ਮਾਰਨਾ। ਫਿਰ ਫਟਾਫਟ ਸਲੂਟ ਮਾਰੀ ਜਾਂਦਾ ਆਪਣੀ ਉਸ ਭੁੱਲ ਨੂੰ ਬਖਸ਼ਾਉਣ ਲਈ। ਇੰਨਾ ਕਹਿੰਦਾ ਸਰ ਤੁਸੀਂ ਮੇਰੇ ਸਭ ਕੁਝ ਹੋ, ਤੁਹਾਨੂੰ ਸਲੂਟ ਕਿਉਂ ਨਹੀਂ ਮਾਰਨਾ, ਮੈਂ ਇੱਕ ਵਾਰ ਜਗ੍ਹਾ 10 ਵਾਰ ਮਾਰਦਾ, ਮੈਨੂੰ ਮਾफ़ ਕਰ ਦਿਓ, ਮੈਂ ਦੇਖਿਆ ਨਹੀਂ। ਹਾਲਾਂਕਿ ਉਹ ਕਈ ਵਾਰ ਹੁੰਦਾ ਜਾਣ ਬੁੱਝ ਕੇ ਕੀਤਾ ਗਿਆ ਹੁੰਦਾ। ਇਸ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਸਾਡੇ ਜਿਹੜੇ ਸਿੱਖ ਵੀਰ ਅਜਿਹੀ ਹਾਲਤ ਵਿੱਚ ਦਿਖਾ ਰਹੇ ਨੇ ਕਿ ਪੰਡਤ ਜੀ ਆਏ ਸਨ ਅਤੇ ਗੁਰੂ ਸਾਹਿਬ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਜਦੋਂ ਪੰਡਤ ਜੀ ਗੁੱਸੇ ਵਿੱਚ ਆਏ, ਕ੍ਰੋਧ ਵਿੱਚ ਆਏ ਤਾਂ ਉਦੋਂ ਕਿਹਾ ਪੰਡਤ ਜੀ ਮੇਰੀ ਕੋਈ ਗਲਤੀ ਨਹੀਂ, ਮੈਂ ਜਾਣ ਬੁੱਝ ਕੇ ਨਹੀਂ ਕੀਤਾ, ਬਸ ਇਗਨੋਰ ਹੋ ਗਏ, ਤੁਸੀਂ ਅੱਖੋਂ ਪਰੋਖੇ ਹੋ ਗਏ, ਮੈਂ ਜਾਣ ਬੁੱਝ ਕੇ ਨਹੀਂ ਕੀਤਾ। ਹੁਣ ਗੁੱਸਾ ਛੱਡੋ ਅਤੇ ਮੇਰੀ ਗੱਲ ਸੁਣੋ। ਮੇਰਾ ਕੋਈ ਅਪਰਾਧ ਨਹੀਂ ਹੈ, ਮੈਨੂੰ ਯਾਦ ਤੋਂ ਭੁੱਲ ਗਿਆ। ਹੁਣ ਮੇਰੇ ਵੱਲ ਕ੍ਰੋਧ ਨਾਲ ਨਾ ਵੇਖੋ, ਮੈਂ ਅੱਜ ਹੀ ਚੰਗਾ ਪੁਸ਼ਾਕਾ
ਰਜ਼ਾਈ ਆਦਿ। ਜਦੋਂ ਕਿਸੇ ਚੀਜ਼ ਦੇ ਪਿੱਛੇ ਆਦਿ ਹੁੰਦਾ ਨਾ, ਆਦਿ ਹੁੰਦਾ ਮਤਲਬ ਹੋਰ ਨਿਕ ਸੁੱਖ, ਜੋ ਵੀ ਚਾਹੀਦਾ, ਜੋ ਲੋੜੀਂਦਾ, ਸੋ ਆਉਣ। ਮਤਲਬ ਐ ਨਹੀਂ ਕਿ ਰਜਾਈ ਤੇ ਪੋਸ਼ਾਕਾ ਹੀ ਦੇਣਾ, ਤੁਹਾਨੂੰ ਧਨ ਵੀ ਮਿਲੇਗਾ, ਤੁਹਾਨੂੰ ਖਾਣ ਦੇ ਪਦਾਰਥ ਵੀ ਮਿਲਣਗੇ, ਹੋਰ ਜੋ ਤੁਹਾਡੀਆਂ ਲੋੜਾਂ ਨੇ ਸਾਰਾ ਕੁਝ ਦਿਆਂਗੇ, ਤੁਸੀਂ ਨਿਸ਼ਚਿੰਤ ਹੋ ਜਾਓ। ਉਹ ਤਾਂ ਮੇਰੇ ਤੋਂ ਜਸਟ ਮੇਰੇ ਅੱਖੋਂ ਪਰੋਖੇ ਹੋ ਗਏ ਤੁਸੀਂ, ਮੈਂ ਜਾਣ ਬੁੱਝ ਕੇ ਨਹੀਂ ਕੀਤਾ। ਜਿੱਦਾਂ ਨਾ ਗੁਰੂ ਗੋਬਿੰਦ ਸਿੰਘ ਜੀ ਪੰਡਤ ਦੀਆਂ ਲੇਲੜੀਆਂ ਕੱਢ ਰਹੇ ਨੇ, ਜਿੱਦਾਂ ਨਾ ਮਤਲਬ ਬਹੁਤ ਹੀ ਬੁਰੀ ਹਾਲਤ ਵਿੱਚ ਨੇ, ਔਰ ਪੰਡਤ ਜੀ ਨੂੰ ਕਹਿ ਰਹੇ ਘਬਰਾਓ ਨਾ, ਤੁਹਾਡੇ ਘਰ ਵਸਤਰ, ਰਜ਼ਾਈ ਆਦਿ ਸਭ ਕੁਝ ਪਹੁੰਚ ਜਾਏਗਾ, ਤੁਹਾਨੂੰ ਭੇਜ ਦਿਆਂਗੇ, ਤੁਹਾਨੂੰ ਚੰਗਾ ਪੋਸ਼ਾਕਾ, ਰਜਾਈ ਆਦਿ ਤੁਹਾਨੂੰ ਭੇਜ ਦਿਆਂਗਾ। ਇਹ ਗੱਲ ਮਨ ਵਿੱਚ ਨਿਸ਼ਚੇ ਕਰ ਲਵੋ। ਪੰਡਿਤ ਜੀ ਨੂੰ ਕਹਿ ਰਹੇ ਨੇ ਇਹ ਗੱਲ ਮਨ ਵਿੱਚ ਪੱਕੀ ਕਰ ਲਵੋ। ਸਾਰੇ ਛਤਰੀ ਬ੍ਰਾਹਮਣ ਦੇ ਦਾਸ ਹਨ। ਪ੍ਰਿਤ ਹੁੰਦਾ ਦਾਸ। ਹੁਣ ਦਾਸ ਦੇ ਬਾਰੇ ਅਸੀਂ ਜੇ ਥੋੜ੍ਹਾ ਬਹੁਤ ਪਿੱਛੇ ਕਹਾਣੀਆਂ ਸੁਣੀਆਂ ਹੋਣ, ਦਾਸ ਇੱਕ ਪ੍ਰਥਾ ਹੁੰਦੀ ਸੀ, ਦਾਸ ਜਾਂ ਗੁਲਾਮ। ਪੁਰਾਣੀ ਕਹਾਣੀ ਸੀ ਕਿ ਕਿਸੇ ਨੇ ਆਪਣੇ ਬੱਚਿਆਂ ਲਈ ਕਿਸੇ ਸ਼ਾਹੂਕਾਰ ਤੋਂ ਇੱਕ ਮੁੱਠੀ ਅਨਾਜ ਦੀ ਲੈ ਲਈ, ਉਹ ਆਪਣੇ ਬੱਚਿਆਂ ਨੂੰ ਭੋਜਨ ਛਕਾ ਦਿੱਤਾ। ਹੁਣ ਉਹਦਾ ਕੰਮ ਧੰਦਾ ਕੋਈ ਹੈ ਨਹੀਂ ਸੀ, ਤਾਂ ਸ਼ਾਹੂਕਾਰ ਕਹਿੰਦਾ ਹੈ ਕਿ ਭਾਈ ਤੂੰ ਮੇਰੇ ਤੋਂ ਕਰਜ਼ਾ ਲਿਆ ਅਤੇ ਤੂੰ ਹੁਣ ਮੇਰੇ ਘਰ ਕੰਮ ਕਰ, ਤੇਰੇ ਬੱਚਿਆਂ ਨੂੰ ਤੈਨੂੰ ਰਹਿਣ ਨੂੰ ਅਤੇ ਖਾਣ ਨੂੰ ਅਸੀਂ ਦੇਵਾਂਗੇ, ਤੈਂ ਉਦੋਂ ਤੱਕ ਕੰਮ ਕਰਨਾ ਜਦੋਂ ਤੱਕ ਇਹ ਅਨਾਜ ਸਾਨੂੰ ਤੂੰ ਵਾਪਸ ਨਹੀਂ ਕਰ ਦਿੰਦਾ। ਹੁਣ ਉਹ ਬੰਦੇ ਨੂੰ ਤਨਖਾਹ ਤਾਂ ਕੋਈ ਮਿਲਦੀ ਨਹੀਂ ਸੀ, ਸਿਰ ਰੋਟੀ 'ਤੇ ਕੰਮ ਕਰ ਰਿਹਾ ਸੀ, ਰਹਿ ਰਿਹਾ ਸੀ ਪਰਿਵਾਰ ਸਮੇਤ। ਉਹ ਨਾਲ ਇਹ ਵੀ ਕਰ ਲਿਆ ਕਿ ਅਨਾਜ ਜਿਹੜਾ ਇਹ 6 ਮਹੀਨੇ ਬਾਅਦ ਦੁੱਗਣਾ ਹੋ ਹੀ ਜਾਣਾ ਹੈ, ਸਾਲ ਵਿੱਚ 4 ਗੁਣਾ ਹੋ ਜਾਣਾ। ਇੱਦਾਂ ਕਰਦੇ ਕਰਦੇ ਉਹ ਇੱਕ ਮੁੱਠੀ ਅਨਾਜ ਜਿਹੜੀ ਲਈ ਸੀ, ਨਾਲੇ ਤਾਂ ਉਹਦੇ ਇਵਜ਼ ਵਿੱਚ ਉਹ ਉਹਨਾਂ ਦੀ ਗੁਲਾਮੀ ਕਰ ਰਿਹਾ ਸੀ, ਨਾਲੇ ਉਹ ਜਿਹੜਾ ਕਰਜ਼ਾ ਵਧੀ ਜਾ ਰਿਹਾ ਸੀ। ਆਖਰ ਉਹ ਮਰ ਗਿਆ, ਉਹਦੇ ਪੁੱਤਰ ਨੂੰ ਵੀ ਉਹਦੀ ਜਗ੍ਹਾ ਕੰਮ ਕਰਨਾ ਪਿਆ, ਉਹ ਮਰ ਗਿਆ, ਉਹਦੇ ਪੁੱਤਰ ਨੂੰ ਵੀ। ਇਸ ਤਰ੍ਹਾਂ ਕਰਕੇ ਦਾਸ ਪ੍ਰਥਾ ਜਿਹੜੀ ਸੀ, ਉਹ ਦਾਸ ਪ੍ਰਥਾ ਇਹ ਸੀ ਗੁਲਾਮ, ਭਾਵ ਤੁਹਾਡਾ ਆਪਣਾ ਕੁਝ ਨਹੀਂ, ਤੁਹਾਨੂੰ ਜਿਉਂਦੇ ਰੱਖਣਾ, ਖਾਣ ਪੀਣ ਨੂੰ ਦੇਣਾ, ਪਰ ਤੁਸੀਂ ਕਿਸੇ ਬੰਦੇ ਦੇ ਗੁਲਾਮ ਹੋ। ਅਤੇ ਆਹ ਜਿਹੜੀ ਗਾਥਾ ਅਸੀਂ ਪੜ੍ਹੀ ਹੈ, ਇਹ ਬਚਿੱਤਰ ਨਾਟਕ ਵਿੱਚੋਂ ਹੈ, ਦਸਮ ਗ੍ਰੰਥ ਵਿੱਚੋਂ ਹੈ। ਇਹਦੇ ਵਿੱਚ ਅਗਰ ਇਹ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ, ਤਾਂ ਫਿਰ ਸਿੱਖੋ ਤੁਹਾਡੇ ਵਾਸਤੇ ਇਹ ਪੱਥਰ 'ਤੇ ਲਕੀਰ ਹੈ ਕਿ ਤੁਸੀਂ ਸਾਰੇ ਸਿੱਖ, ਇੱਥੇ ਸਿੱਖ ਸ਼ਬਦ ਨਹੀਂ ਲਿਖਿਆ, ਛਤਰੀ ਲਿਖਿਆ, ਕਿਉਂਕਿ ਸਾਡੇ ਵਿਦਵਾਨ ਛਤਰੀ ਦਾ ਅਰਥ ਜਿਹੜਾ ਉਹ ਸਿੱਖ ਹੀ ਕਰਦੇ ਨੇ, ਵੀ ਸਿੱਖ ਸਾਰੇ ਛਤਰੀ ਨੇ। ਸਿੱਖ ਨਹੀਂ ਲਿਖਿਆ ਕਿਤੇ ਵੀ। ਪੂਰੀ ਵਾਰਦਾਤ, ਪੂਰੀ ਜੋ ਵਿਸਥਾਰ ਵਿੱਚ ਕਹਾਣੀ ਲਿਖੀ ਹੈ, ਇਹਦੇ ਵਿੱਚ ਸਿੱਖ ਨਾਂ ਦਾ ਜਾਂ ਖਾਲਸੇ ਦਾ ਕੋਈ ਸ਼ਬਦ ਨਹੀਂ ਹੈ, ਛਤਰੀ। ਔਰ ਲਿਖਿਆ ਛਤਰੀ ਸਾਰੇ ਜਿਹੜੇ ਆ ਉਹ ਬ੍ਰਾਹਮਣ ਦੇ ਦਾਸ ਹਨ। ਪ੍ਰਿਤ ਸ਼ਬਦ ਲਿਖਿਆ, ਪ੍ਰਿਤ ਉਹਦਾ ਮਤਲਬ ਦਾਸ, ਮਤਲਬ ਗੁਲਾਮ। ਕੌਣ ਕਹਿ ਰਿਹਾ? ਅਸੀਂ ਤਾਂ ਮੰਨਦੇ ਨਹੀਂ ਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ, ਪਰ ਜਿਹੜੇ ਮੰਨਦੇ ਨੇ ਉਹਨਾਂ ਅਨੁਸਾਰ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਸਿੱਖਾਂ ਵਾਸਤੇ ਕਿ ਉਹ ਤੁਸੀਂ ਸਾਰੇ ਬ੍ਰਾਹਮਣ ਦੇ ਦਾਸ ਹੋ, ਗੁਲਾਮ ਹੋ। ਅੱਗੇ ਸੁਣੋ, ਇੱਥੇ ਹੀ ਵਸ ਨਹੀਂ ਕੀਤਾ, ਐਨ ਗੱਲ ਨੂੰ ਟਿਕਾਣੇ ਲਾਇਆ ਪੂਰਾ। ਇਹਨਾਂ ਨੂੰ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖੋ। ਪੰਡਤ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਕਿ ਇਹ ਜਿਹੜੇ ਸਾਰੇ ਸਿੱਖ ਹਨ, ਛਤਰੀ ਲਿਖਿਆ, ਸਿੱਖ ਤਾਂ ਨਹੀਂ ਲਿਖਿਆ, ਪਰ ਜਦੋਂ ਅਸੀਂ ਮੰਨਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਤਾਂ ਫਿਰ ਸਿੱਖਾਂ ਬਾਰੇ ਲਿਖਿਆ ਹੋਊ। ਸਾਰੇ ਸਿੱਖ ਜਿਹੜੇ ਨੇ ਉਹ ਬ੍ਰਾਹਮਣ ਦੇ ਦਾਸ ਹਨ, ਅਤੇ ਬ੍ਰਾਹਮਣ ਨੂੰ ਕਹਿ ਦਿੱਤਾ ਇਹਨਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖੋ, ਭਾਵ ਇਹਨਾਂ ਉੱਤੇ ਮਿਹਰ ਭਰਿਆ ਹੱਥ, ਮਿਹਰ ਭਰੀ ਨਜ਼ਰ ਰੱਖੋ। ਜੇਕਰ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣਾ ਹੈ ਤਾਂ ਸਿੱਖੋ ਤੁਸੀਂ ਸਾਰੇ ਬ੍ਰਾਹਮਣ ਦੇ ਦਾਸ ਹੋ, ਬ੍ਰਾਹਮਣ ਦੇ ਗੁਲਾਮ ਹੋ।
ਇਹ ਗੱਲ ਮੈਂ ਇੱਕ ਨੁਕਤਾ ਹੈ, ਇਹ ਨੁਕਤੇ ਨੂੰ ਸਮਝਣਾ ਹੈ ਕਿਵੇਂ ਤੁਹਾਨੂੰ ਸਿੱਖੀ ਨੂੰ ਖਤਮ ਕੀਤਾ ਗਿਆ। ਕਹਿੰਦੇ ਖਾਲਸਾ ਪੰਥ ਨਿਆਰਾ ਪੰਥ, ਤੀਸਰਾ ਮਜ਼ਹਬ ਅਲੱਗ ਕੌਮ। ਭਾਈ ਇਹ ਗ੍ਰੰਥ ਤਾਂ ਨਹੀਂ ਕਹਿੰਦਾ, ਇਹ ਤਾਂ ਕਹਿੰਦਾ ਤੁਸੀਂ ਉਸੇ ਬ੍ਰਾਹਮਣ ਦੇ ਗੁਲਾਮ ਹੋ ਜਿਸ ਬ੍ਰਾਹਮਣ ਦੇ ਗੁਲਾਮ 4 ਵਰਨਾਂ ਵਾਲੇ ਲੋਕ ਹਨ। ਅਗਰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਤਾਂ ਅੱਗੇ ਇੱਕ ਜਿਹੜੀ ਬਹੁਤ ਖਾਸ ਗੱਲ ਕਰਨੀ ਆ, ਅੱਗੇ ਖਾਸ ਗੱਲ ਇਹ ਕਰਨੀ ਹੈ ਕਿ ਇਸ ਪੂਰੀ ਕਹਾਣੀ ਵਿੱਚ ਕਿਤੇ ਸਿੱਖ ਤੇ ਖਾਲਸੇ ਦਾ ਵਰਣਨ ਨਹੀਂ ਹੈ, ਪਰ ਅਗਲਾ ਜਿਹੜਾ ਵਿਚਾਰ ਲਿਖੀ ਹੈ ਉਹ ਹੈ युद्ध जिते इन्हीं के प्रसाद सुदान करे, अग ओग तरह इन्हीं के प्रसाद, इन्हीं की कृपा फुन धाम भरे, इन्हीं के प्रसाद सुविद्या लई, इन्हीं की कृपा सब सतर मरे, इन्हीं की कृपा के सजे हम हैं, नहीं मोस से गरीब करोड़ परे। ਇਸ ਨੂੰ ਇਸ ਪੂਰੀ ਕਹਾਣੀ ਵਿੱਚ ਇਨਹੀ ਸ਼ਬਦ ਉਦੋਂ ਆਉਂਦਾ ਹੈ ਜਦੋਂ ਪਹਿਲਾਂ ਉਹਦਾ ਜ਼ਿਕਰ ਹੋਵੇ। ਕਿਤੇ ਇੱਕ ਜਗ੍ਹਾ ਤੇ ਕਿਸੇ ਦੀ ਵਡਿਆਈ ਕਰਨੀ ਹੁੰਦੀ ਹੈ, ਅਸੀਂ ਇਹ ਕਹਿਣਾ ਹੈ ਕਿ ਡਾਕਟਰ ਮਨਮੋਹਨ ਸਿੰਘ ਬਹੁਤ ਵੱਡੇ ਜੋ ਹੈ ਅਰਥ ਸ਼ਾਸਤਰੀ ਹਨ। ਉਦੋਂ ਬਾਅਦ 'ਚ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਜੋ ਹੈ फाइनेंस मिनिस्टर ਹੁੰਦਿਆਂ ਉਹਨਾਂ ਨੇ ਸੁਧਾਰ ਕੀਤੇ, ਪ੍ਰਧਾਨ ਮੰਤਰੀ ਹੁੰਦਿਆਂ ਉਹਨਾਂ ਨੇ ਇਹ ਸੁਧਾਰ ਕੀਤੇ। ਪਰ ਇੱਕ ਵਾਰੀ ਸਾਨੂੰ ਕਿਸੇ ਜਿਸ ਦੇ ਬਾਰੇ ਵੀ ਲਿਖਣਾ ਹੈ ਉਸ ਦਾ ਨਾਮ ਪਤਾ ਲਿਖਣਾ ਪੈਂਦਾ ਹੈ, ਫਿਰ ਉਹਨਾਂ ਦੇ ਅਸੀਂ ਗੱਲ ਕਰ ਸਕਦੇ ਹਾਂ। ਪਰ ਇਸ ਪੂਰੇ ਪ੍ਰਸੰਗ ਵਿੱਚ ਸਿੱਖ ਸ਼ਬਦ ਕਿਤੇ ਨਹੀਂ ਹੈ, ਖਾਲਸਾ ਸ਼ਬਦ ਕਿਤੇ ਨਹੀਂ ਹੈ। ਉਹ ਅਰਥ ਕਰਨ ਲੱਗਿਆਂ ਜਿਹੜੇ ਸਾਡੇ ਵਿਦਵਾਨ ਨੇ ਉਹਨਾਂ ਨੇ ਲਿਖ ਦਿੱਤਾ। ਪਹਿਲਾਂ ਲਿਖਿਆ ਇਹਨਾਂ ਦੀ ਕੀਤੀ ਸੇਵਾ ਹੀ ਮੈਨੂੰ ਚੰਗੀ ਲੱਗਦੀ ਹੈ, ਹੋਰ ਦੀ ਸੇਵਾ ਮੇਰੇ ਜੀ ਨੂੰ ਚੰਗੀ ਨਹੀਂ ਲੱਗਦੀ। ਦਾਨ ਦੇਣਾ ਵੀ ਇਹਨਾਂ ਨੂੰ ਚੰਗਾ ਹੈ ਅਤੇ ਹੋਰਨਾਂ ਨੂੰ ਦਾਨ ਦੇਣਾ ਬਿਲਕੁਲ ਚੰਗਾ ਨਹੀਂ ਲੱਗਦਾ। ਇਹਨਾਂ ਨੂੰ ਦਿੱਤਾ ਹੋਇਆ ਅੱਗੇ ਫਲੇਗਾ ਅਤੇ ਜਗਤ ਵਿੱਚ ਜਸ ਹੋਵੇਗਾ, ਹੋਰਨਾਂ ਨੂੰ ਦਿੱਤਾ ਹੋਇਆ ਸਭ ਫਿੱਕਾ ਵਿਅਰਥ ਹੈ। ਮੇਰੇ ਘਰ ਵਿੱਚ ਤਨ ਮਨ ਅਤੇ ਧਨ ਅਤੇ ਸਿਰ ਸਭ ਇਹਨਾਂ ਸਿੱਖਾਂ ਦਾ ਹੀ ਹੈ। ਇਹ ਬ੍ਰੈਕਟ 'ਚ ਸਿੱਖਾਂ ਦਾ ਅਰਥ ਕਰਨ ਲੱਗਿਆਂ ਲਿਖ ਦਿੱਤਾ, ਪਰ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ, ਤੁਸੀਂ ਵੀ ਲੱਭ ਲੈਣਾ ਇਸ ਪ੍ਰਸੰਗ ਵਿੱਚ ਕਿਤੇ ਵੀ ਸਿੱਖ ਜਾਂ ਖਾਲਸਾ ਸ਼ਬਦ ਨਹੀਂ ਹੈ। ਤਾਂ ਫਿਰ ਕਿਉਂਕਿ ਇਸ ਕਹਾਣੀ ਨੂੰ, ਇਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਬਣਾਉਣਾ ਸੀ, ਇਸ ਕਰਕੇ ਉਹ ਸਿੱਖ ਸ਼ਬਦ ਨੂੰ ਵਿੱਚ ਇਨਸਰਟ ਕੀਤਾ ਗਿਆ। ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਅਗਰ ਲਿਖਦੇ ਕਿਤੇ ਇੱਕ ਜਗ੍ਹਾ ਤਾਂ ਲਿਖਦੇ ਮੇਰੇ ਸਿੱਖ ਨੇ ਮੇਰੇ ਖਾਲਸੇ ਨੂੰ, ਉਹਨਾਂ ਨੇ ਇਹਦੇ ਵਿੱਚ ਜ਼ਿਕਰ ਨਹੀਂ ਕੀਤਾ। ਅੱਗੇ ਵੀ ਇਹੀ ਹੈ, ਸਾਰਾ ਕੁਝ ਇਹੀ ਲਿਖਿਆ ਹੋਇਆ। ਇਹਨਾਂ ਸਿੱਖਾਂ ਦੀ ਕਿਰਪਾ ਨਾਲ ਹੀ ਯੁੱਧ ਜਿੱਤੇ ਹਨ ਅਤੇ ਇਹਨਾਂ ਦੀ ਕਿਰਪਾ ਨਾਲ ਦਾਨ ਕੀਤੇ ਹਨ, ਇਹਨਾਂ ਦੀ ਕਿਰਪਾ ਨਾਲ ਸਾਰੇ ਪਾਪ ਮਿਟ ਗਏ ਹਨ ਅਤੇ ਇਹਨਾਂ ਨੇ ਪਾਪ ਸਿੱਖ ਸ਼ਬਦ ਨਹੀਂ ਲਿਖਿਆ, ਪਰ ਇਹਨਾਂ ਨੇ ਇਨਸਰਟ ਕਰਕੇ ਅਸੀਂ ਇਸ ਨੂੰ ਖਾਲਸਾ ਮਹਿਮਾ ਬਣਾ ਲਿਆ। ਇਹ ਕਈ ਪੋਥੀਆਂ ਜੇ ਖਾਲਸਾ ਮਹਿਮਾ ਦੇ ਹੈਡਿੰਗ ਤਹਿਤ ਇਹ ਲਿਖਿਆ ਹੋਇਆ ਹੈ, ਹਾਲਾਂਕਿ ਇੱਥੇ ਕਿਤੇ ਕੋਈ ਸ਼ਬਦ ਨਾ ਖਾਲਸਾ ਹੈ ਨਾ ਸਿੱਖ ਹੈ, ਕਿਉਂਕਿ ਇਸ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਣਾਉਣਾ ਸੀ, ਇਸ ਕਰਕੇ ਇਹ ਸ਼ਬਦ ਇਨਸਰਟ ਕਰ ਦਿੱਤੇ ਗਏ। ਪਰ ਇੱਕ ਗੱਲ ਯਾਦ ਰੱਖਣਾ, ਅਗਰ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣਾ ਹੈ ਤਾਂ ਫਿਰ ਇਹ ਗੱਲ ਮੰਨਣੀ ਪਏਗੀ ਕਿ ਸਿੱਖ ਸਾਰੇ ਬ੍ਰਾਹਮਣ ਦੇ ਦਾਸ ਹਨ ਅਤੇ ਬ੍ਰਾਹਮਣ ਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਰਜ਼ਾਈ ਅਤੇ ਕੱਪੜੇ ਦੇ ਰਹੇ ਹਨ, ਹੋਰ ਚੀਜ਼ਾਂ ਭੇਟਾ ਕਰ ਰਹੇ ਹਨ, ਤਾਂ ਫਿਰ ਸਿੱਖਾਂ ਦਾ ਵੀ ਗੁਰੂ ਤੇ ਫਿਰ ਬ੍ਰਾਹਮਣ ਹੋ ਗਿਆ। ਦਾਨ ਦਖਣਾ ਫਿਰ ਸਿੱਖਾਂ ਨੂੰ ਵੀ ਦੇਣੀ ਬਣੇਗੀ। ਫਿਰ ਖਾਲਸਾ ਨਿਰਮਲ ਨਿਰਾਲਾ ਪੰਥ ਸਿੱਖਾਂ ਦਾ ਨਹੀਂ ਜੇ ਰਹਿਣਾ। ਇਸ ਲਿਖਤ ਅਨੁਸਾਰ ਅੱਗੇ ਵੀ ਫੈਸਲਾ ਖਾਲਸਾ ਪੰਥ ਨੇ ਖੁਦ ਕਰਨਾ।
ਇਹ ਮੈਂ ਤੁਹਾਨੂੰ ਲਿਖਿਆ ਹੋਇਆ ਦੱਸ ਰਿਹਾ। ਅਸਲ ਵਿੱਚ ਇੱਕ ਗੱਲ ਹੋਰ, ਵੀ ਪਹਿਲਾਂ ਤਾਂ ਗੁਰੂ ਲਿਖਾਰੀ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ, ਇਨਹੀ ਕੀ ਕਿਰਪਾ ਸੇ। ਉਹ ਲਿਖਾਰੀ ਬੋਲ ਰਿਹਾ, ਜੇ ਗੁਰੂ ਗੋਬਿੰਦ ਸਿੰਘ ਤਾਂ ਉਹ ਬੋਲ ਰਹੇ ਨੇ, ਠੀਕ ਹੈ। ਹੁਣ ਅੱਗੇ ਕੀ ਲਿਖਿਆ, ਅੱਗੇ ਜਿੱਦਾਂ ਲਿਖਿਆ ਥਰਡ ਪਰਸਨ ਲਿਖ ਰਿਹਾ। ਇਹ ਗੱਲਾਂ ਸੁਣਦਿਆਂ ਹੀ ਮਿਸਰ ਕ੍ਰੋਧਿਤ ਹੋ ਕੇ ਘਬਰਾ ਗਿਆ ਅਤੇ ਚਿੰਤਾ ਵਿੱਚ ਤੀਲਿਆਂ ਵਾਂਗ ਸੜ ਗਿਆ। ਰੋਟੀ ਰੋਜੀ ਦੀ ਭਾਲ ਵਿੱਚ ਲੱਗਿਆ ਮਿਸਰ ਜੀ ਰੋ ਪਿਆ, ਕਿਉਂਕਿ ਉਸ ਨੂੰ ਦਾਨ ਰਚਨਾ ਨਾ ਮਿਲ ਸਕੀ। ਉੱਪਰ ਗੁਰੂ ਗੋਬਿੰਦ ਸਿੰਘ ਜੀ ਇਹ ਵਾਅਦਾ ਕਰ ਰਹੇ ਨੇ ਕਿ ਅਗਰ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੈ ਤਾਂ ਫਿਰ ਤੇਰੇ ਘਰ ਤੇਰੇ ਕੱਪੜੇ ਵੀ ਪਹੁੰਚ ਜਾਣਗੇ, ਤੇਰੀ ਰਜ਼ਾਈ ਵੀ ਪਹੁੰਚ ਜਾਊਗੀ, ਹੋਰ ਵੀ ਸਮਾਨ ਪਹੁੰਚ ਜਾਏਗਾ। ਹੁਣ ਇਹਦਾ ਨਵੇੜਾ ਕਿੱਥੇ ਕਰ ਰਹੇ ਨੇ? ਨਵੇੜਾ ਇਹ ਕੌਣ ਲਿਖ ਰਿਹਾ? ਕਿ ਗੁਰੂ ਗੋਬਿੰਦ ਸਿੰਘ ਲਿਖ ਰਹੇ ਨੇ ਵੀ ਇਹ ਮੈਂ ਵਾਅਦਾ ਕੀਤਾ ਸੀ ਪਰ ਮੈਂ ਉਹਨੂੰ ਦਿੱਤਾ ਕੁਝ ਨਹੀਂ, ਜਾਂ ਕੋਈ XYZ ਲਿਖ ਰਿਹਾ। ਇਹਦਾ ਇਹ ਜਿਹੜਾ ਲਾਸਟ ਪੈਰਾ ਹੈ, ਇਸ ਦਾ ਪੂਰੀ ਗਾਥਾ ਦੇ ਨਾਲ ਕੋਈ ਮੇਲ ਨਹੀਂ ਬੈਠਦਾ। ਇੱਥੇ ਇਹ ਲਿਖਿਆ, ਇਹ ਗੱਲ ਸੁਣਦਿਆਂ ਹੀ ਮਿਸਰ ਕੌਣ ਦੱਸ ਰਿਹਾ? ਗੁਰੂ ਗੋਬਿੰਦ ਸਿੰਘ ਦੱਸ ਰਿਹਾ। ਗੁਰੂ ਗੋਬਿੰਦ ਸਿੰਘ ਦਾ ਐਗਰੀ ਹੋ ਗਏ ਸੀ ਘਰ ਪਹੁੰਚਾਉਣਾ, ਫਿਰ ਰੋਏਗਾ ਕਾਤੇ ਉਹ ਕਹਿੰਦੀ ਆਦ ਸਾਰਾ ਸਮਾਨ ਜੋ ਚਾਹੀਦਾ ਤੈਨੂੰ ਮਿਲੇਗਾ। ਪਰ ਇਹ ਗੱਲ ਸੁਣਦਿਆਂ ਹੀ ਮਿਸਰ ਕ੍ਰੋਧਿਤ ਹੋ ਕੇ ਘਬਰਾ ਗਿਆ ਅਤੇ ਚਿੱਤ ਵਿੱਚ ਤੀਲਿਆਂ ਵਾਂਗ ਸੜ ਗਿਆ। ਰੋਟੀ ਰੋਜੀ ਦੀ ਭਾਲ ਵਿੱਚ ਲੱਗਿਆ ਮਿਸਰ ਜੀ ਰੋ ਪਿਆ, ਕਿਉਂਕਿ ਉਸ ਨੂੰ ਦਾਨ ਦਛਨਾ ਨਾ ਮਿਲ ਸਕੀ। ਲਓ, ਇਹਦਾ ਮੰਨ ਲਓ ਗੁਰੂ ਗੋਬਿੰਦ ਸਿੰਘ ਨੇ ਵਾਅਦਾ ਕੀਤਾ ਪਰ ਉਹਨੂੰ ਦਿੱਤਾ ਕੁਛ ਨਹੀਂ, ਉਹ ਰੋ ਪਿਆ। ਇਹ ਗੱਲ, ਇਹ ਅਸੀਂ ਗੱਲਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲਾਉਂਦੇ ਹਾਂ। ਹੁਣ ਬਈ ਆਪੇ ਸਮਝ ਲਓ ਕੀ ਹੈ। ਮੈਂ ਫਿਰ ਕਹਿਣਾ, ਇਸ ਗਾਥਾ ਦੇ ਵਿੱਚ ਕਿਤੇ ਸਿੱਖ ਦਾ ਕਿਤੇ ਖਾਲਸੇ ਦਾ ਕੋਈ ਜ਼ਿਕਰ ਨਹੀਂ। ਤਾਂ ਜੇਕਰ ਸਿੱਖਾਂ ਨੂੰ ਖਾਲਸਿਆਂ ਨੂੰ ਛਤਰੀ ਦੇ ਰੂਪ ਵਿੱਚ ਕਹਿਣਾ ਵੀ ਇਹ ਛਤਰੀ ਹੈ, ਸਿੱਖ ਨਹੀਂ ਹੈ, ਖਾਲਸਾ ਨਹੀਂ ਹੈ, ਜੇ ਇਹੀ ਬੋਲਾ ਵਰਤਣਾ ਫਿਰ ਵੀ ਤੁਹਾਡੀ ਮਰਜ਼ੀ ਹੈ। ਤੇ ਉਹ ਤੇ ਸਾਨੂੰ ਖਾਲਸ ਕਰਕੇ ਗਏ ਥੇ ਸਤਿਗੁਰ ਤੇ, ਪਰ ਤੁਸੀਂ ਹਾਲੇ ਛਤਰੀ ਬਾਹਮਣ ਦੇ ਵਿੱਚ ਪਏ ਰਹਿਣਾ ਤੇ ਫਿਰ ਰੱਬ ਭਲਾ ਕਰੇ। ਕੀ ਕਰ ਸਕਦੇ ਹਾਂ ਅਸੀਂ? ਸਿਰਫ ਦੱਸ ਸਕਦੇ ਹਾਂ, ਕਰ ਕੁਛ ਸਕਦੇ। ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ। ਤੇ ਜੇ ਚੰਗਾ ਲੱਗੇ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰੋ। ਮੇਰਾ ਚੈਨਲ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਨੂੰ ਸਬਸਕ੍ਰਾਈਬ ਕਰੋ। ਆਓ ਭੁੱਲਾਂ ਚੁੱਕਾਂ ਦੀ ਮਾਫੀ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।